वाहिगुरू जी का खालसा वाहिगुरू जी की फतेह जी। ये बापू गुजराज सिंह जी है जी। अपने आप दे विच जिहड़ा नाम आ गुजराज सिंह जी ते यही दर्शाउंदा वा भी बापू जी किस तरह दे इंसान सीगे। बहुत ही चंगे नेक सुभाਅ ते दलेर इंसान ਜਿਹੜੇ ਸਾਨੂੰ शुरू ਦੇ ਵਿੱਚ ਢਾਬੇ ਤੇ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਸਾਡੇ ਸ਼ੁਰੂਆਤੀ ਮੈਂਬਰਾਂ ਦੇ ਵਿੱਚੋਂ ਇੱਕ ਨੇ ਬਾਪੂ ਗੁਜਰਾਜ ਸਿੰਘ ਜੀ। 17 ਜੁਲਾਈ 2016 ਦੇ ਵਿੱਚ ਸਾਨੂੰ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਬਾਪੂ ਜੀ ਦੀ। ਉਸ ਟਾਈਮ ਬਾਪੂ ਜੀ ਲੁਧਿਆਣੇ ਪ੍ਰਤਾਪ ਸਿੰਘ ਵਾਲਾ ਮੰਡੀ ਦਾਣਾ ਮੰਡੀ ਆ ਜਿਹੜੀ ਉਹਦੇ ਵਿੱਚ ਪਏ ਸੀ। ਅਧਰੰਗ ਇਹਨਾਂ ਨੂੰ ਹੋਇਆ ਸੀਗਾ, ਚੱਲ ਫਿਰ ਨਹੀਂ ਸਕਦੇ ਸੀ, ਪਾਹਜ ਸੀਗੇ। ਤੇ ਉੱਥੇ ਬਾਪੂ ਜੀ ਜਦੋਂ ਕਈ ਵਾਰੀ ਬਾਰਿਸ਼ ਆ ਜਾਂਦੀ ਸੀ ਤਾਂ ਮੰਡੀ ਦੇ ਵਿੱਚ ਪਾਣੀ ਭਰ ਜਾਂਦਾ ਸੀ, ਜਿਵੇਂ 3-3 4-4 ਫੁੱਟ। ਤੇ ਬਾਪੂ ਜੀ ਚੱਲ ਫਿਰ ਨਹੀਂ ਸਕਦੇ ਸੀਗੇ, ਅਪਾਹਜ ਸੀਗੇ, ਅਧਰੰਗ ਹੋਇਆ ਸੀਗਾ। ਤੇ ਉਹਦੇ ਨਾਲ ਜਦੋਂ ਉੱਥੇ ਪਾਣੀ ਭਰ ਜਾਣਾ ਥੱਲੇ ਖਿੱਚੋ ਤਾਂ ਬਾਪੂ ਜੀ ਦੀ ਇਕੱਲੀ ਧੌਣ ਹੀ ਬਾਹਰ ਦਿੰਦੀ ਹੁੰਦੀ ਸੀ ਸਿਰ ਦੀ, ਇੰਨਾ ਪਾਣੀ ਭਰ ਜਾਂਦਾ ਸੀ ਉਹਦੇ ਵਿੱਚ। ਤਾਂ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬਾਪੂ ਜੀ ਨੂੰ ਉੱਥੋਂ ਵਿੱਚੋਂ ਪਾਣੀ ਚੋਂ ਕੱਢ ਕੇ ਲੈ ਕੇ ਆਉਂਦੇ ਤੇ ਬਾਹਰ ਬਾਪੂ ਜੀ ਨੂੰ ਬਿਠਾਉਂਦੇ ਲਿਆ ਕੇ। ਕੰਗਾ ਦੇ ਇਹ ਚੋਂ ਦੇ ਕੱਢ ਕੇ ਕੰਗਾ ਦੇ ਹੋਈ। ਤੇ ਜਦੋਂ ਮੀਂਹ ਹਟ ਜਾਣਾ, ਪਾਣੀ ਘਟ ਜਾਣਾ, ਬਾਪੂ ਜੀ ਨੇ ਫੇਰ ਮੰਡੀ ਦੇ ਵਿੱਚ ਉੱਥੇ ਇੱਕ ਦਫ਼ਤਰ ਬਣਿਆ ਹੋਇਆ, ਕਾਟਨ ਦਿਓ ਥੋੜੀ, ਜਿਹਨੂੰ ਸਿਵਦਾ ਸੈਂਟਰ ਬਣਾਏ ਸੀ ਉਸ ਟਾਈਮ ਦੀ ਸਰਕਾਰ ਨੇ। ਉਦੋਂ ਬਾਅਦ ਦੂਜੀ ਸਰਕਾਰ ਆ ਗਈ, ਉਹ ਸਾਰੇ ਸੁਵਿਧਾ ਸੈਂਟਰ ਏਦਾਂ ਖੜੇ ਹੀ ਗਲ ਗਏ ਕਿਉਂਕਿ ਉਹਨਾਂ ਨੂੰ ਵਰਤਿਆ ਨਹੀਂ ਗਿਆ। ਤੇ 2016 ਦੇ ਵਿੱਚ ਬਾਪੂ ਜੀ ਉੱਥੇ ਜਿੱਥੇ ਲਿਖਿਆ ਹੋਇਆ ਸੀਗਾ ਰਾਜ ਨਹੀਂ ਸੇਵਾ, ਉਸ ਬੋਰਡ ਦੇ ਹੇਠ ਪਏ ਸੀਗੇ। ਗੰਦਾ ਪਾਣੀ ਹਰੇ ਰੰਗ ਦਾ ਪੀਂਦੇ ਸੀ, ਜਿਹੜਾ ਜੈਲਬ ਲੱਗੀ ਵਾਲੀਆਂ ਬੋਤਲਾਂ ਪਾਣੀ ਦੀਆਂ ਭਰੀਆਂ ਕੋਈ ਰੱਖ ਜਾਂਦਾ ਸੀ, ਕੋਈ ਭਰ ਕੇ ਕੋਲੇ ਇਕੱਠੀਆਂ ਬਾਪੂ ਮੰਗਾ ਲੈਂਦਾ ਸੀ ਵਿਚਾਰਾ। ਉੱਥੇ ਸਾਡੀ ਟੀਮ ਦਾ ਮੈਂਬਰ ਸੀ ਰਿੱਕੀ ਆ ਮੁੰਡਾ, ਪ੍ਰਤਾਪ ਸਿੰਘ ਵਾਲਾ ਮੰਡੀ ਦੇ ਪਿੱਛੇ ਉਹਨਾਂ ਦਾ ਘਰ ਸੀ। ਉਹਨੇ ਸਾਨੂੰ ਉਸ ਟਾਈਮ ਦੱਸਿਆ ਸੀਗਾ, ਉਹਦੇ ਮੰਮੀ ਤੇ ਉਹ ਵੀਰ ਇਹਨੂੰ ਰੋਟੀ ਬਾਪੂ ਜੀ ਨੂੰ ਦੇ ਕੇ ਜਾਂਦੇ ਸੀ ਉੱਥੇ ਬੈਠਿਆਂ ਨੂੰ। ਤਾਂ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਬਜ਼ੁਰਗ ਬਹੁਤ ਮਾੜੀ ਹਾਲਤ ਦੇ ਵਿੱਚ ਆ। ਤੇ ਅਸੀਂ ਉਦੋਂ ਢਾਬੇ ਤੇ ਸੀਗੇ, ਕੁਛ ਕੁ ਬਜ਼ੁਰਗ ਹੀ ਸੀ ਸਾਡੇ ਕੋਲੇ, 6-7 ਮੈਂਬਰ ਸੀ ਸਾਡੇ ਕੋਲੇ ਸਾਰੇ ਹੀ। ਤੇ ਅਸੀਂ ਫਿਰ ਉੱਥੋਂ ਜਦੋਂ ਬਾਪੂ ਜੀ ਨੂੰ, ਮੈਂ ਤੇ ਸਾਡਾ ਛੋਟਾ ਭਰਾ ਮੇਰਾ ਵੀਰਿੰਦਰ ਗਰੇਵਾਲ, ਅੱਜ ਇਸ ਦੁਨੀਆ ਤੇ ਤਾਂ ਹੈ ਨਹੀਂ ਉਹ, ਪਰ ਸਾਡੇ ਦਿਲਾਂ ਦੇ ਵਿੱਚ ਆ ਵੀਰ ਹਮੇਸ਼ਾ ਹੀ ਰਹੂਗਾ। ਤੇ ਦੋਨੋਂ ਜਾਣੇ ਅਸੀਂ ਬਾਪੂ ਜੀ ਨੂੰ ਲੈ ਕੇ ਗਏ ਸੀ ਉੱਥੋਂ ਜਿੱਥੇ ਲਿਖਿਆ ਹੋਇਆ ਸੀਗਾ ਸੇਵਾ ਨਹੀਂ ਰਾਜ ਨਹੀਂ ਸੇਵਾ। ਤੇ ਅੱਜ ਬਾਪੂ ਜੀ ਨੂੰ ਸਾਡੇ ਕੋਲ ਰਹਿੰਦਿਆਂ ਕਰੀਬ 6 ਸਾਲ ਦਾ ਸਮਾਂ ਹੋ ਗਿਆ। ਥੱਲੇ ਸਿਰ ਥੱਲੇ ਰੱਖਣ ਨੂੰ ਕੋ ਦਿਓ। ਤੇ ਸਮਾਂ ਬੀਤਦਾ ਗਿਆ। ਬਾਪੂ ਜੀ ਡਿਸੇਬਲ ਸੀਗੇ, 100% ਹੀ ਚੱਲ ਨਹੀਂ ਸਕਦੇ ਸੀ ਕਿਉਂਕਿ ਲੱਤਾਂ ਬਾਪੂ ਜੀ ਦੀਆਂ ਜਾਮ ਸੀਗੀਆਂ, ਜੁੜੀਆਂ ਹੋਈਆਂ ਸੀਗੀਆਂ। ਤੇ ਲੱਤਾਂ ਜੁੜੀਆਂ ਹੋਣ ਕਰਕੇ ਚੱਲ ਫਿਰ ਨਹੀਂ ਸਕਦੇ ਸੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਵੀ ਬਾਪੂ ਜੀ ਚੱਲ ਫਿਰ ਸਕਣ। ਬਾਪੂ ਜੀ ਦੇ ਮਾਲਸ਼ਾਂ ਕਰ ਕਰਕੇ ਹੌਲੀ ਲੱਤਾਂ ਸਿੱਧੀਆਂ ਕਰ ਲੀਆਂ ਤੇ ਤੁਰਨ ਫਿਰਨ ਲੱਗ ਗਏ ਬਾਪੂ, ਵੋਕਰ ਨਾਲ ਥੋੜਾ। ਪਰ ਜ਼ਿਆਦਾ ਸਮਾਂ ਨਹੀਂ ਨਿਕਲਿਆ, ਬਾਪੂ ਜੀ ਫਿਰ ਤੋਂ ਮੰਜੇ ਤੇ ਪੈ ਗਏ। ਯਾਨੀ ਕਿ 6 ਸਾਲਾਂ ਤੋਂ 100% ਡਿਸੇਬਲ, ਬੈੱਡ ਦੇ ਉੱਤੇ 2 ਵਾਰੀ ਡਾਈਪਰ ਲੱਗਦਾ ਸੀ ਬਾਪੂ ਜੀ ਦੇ, ਸਫਾਈ ਹੁੰਦੀ ਸੀ, ਮੰਜੇ ਤੇ ਪਿਆ ਨੂੰ ਹੀ ਪ੍ਰਸ਼ਾਦਾ ਛਕਾਇਆ ਜਾਂਦਾ ਸੀ ਜਿੱਦਾਂ ਤੁਸੀਂ ਦੇਖਿਆ। ਕਿਉਂਕਿ ਉੱਠ ਕੇ ਬੈਠਣਾ ਵੀ ਇਹਨਾਂ ਲਈ ਮੁਸ਼ਕਿਲ ਸੀਗਾ ਹੁਣ ਅਖੀਰ ਤਾਂ 1.5 ਸਾਲ ਤੋਂ। ਤੇ ਉਵੇਂ ਹੀ ਪਿਆ ਨੂੰ ਹੀ ਚਾਹ ਪਾਣੀ ਪਿਲਾਉਣਾ, ਪਿਆ ਨੂੰ ਹੀ ਰੋਟੀ ਪ੍ਰਸ਼ਾਦਾ ਛਕਾਉਂਦੇ ਸੀਗੇ ਸਾਡੇ ਟੀਮ ਦੇ ਮੈਂਬਰ।
ਪਰ ਬੜੀ ਦੁੱਖ ਦੀ ਗੱਲ ਆ ਵੀ ਬਾਪੂ ਗੁਜਰਾਜ ਸਿੰਘ ਪੜ੍ਹੇ ਲਿਖੇ ਬੰਦੇ ਸੀਗੇ। ਬਾਪੂ ਜੀ ਦੱਸਦੇ ਸੀ ਗ੍ਰੈਜੂਏਸ਼ਨ ਕੀਤੀ ਹੋਈ ਸੀ ਇਹਨਾਂ ਦੀ ਉਸ ਸਮੇਂ ਦੀ, ਭਲੇ ਸਮੇਂ ਦੀ, ਤੇ ਝਾਰਖੰਡ ਦੇ ਰਹਿਣ ਵਾਲੇ ਸੀਗੇ। ਉੱਥੋਂ ਇਹਨਾਂ ਦੀਆਂ 5 ਬੇਟੀਆਂ ਸੀ ਪਿੱਛੇ ਪਰਿਵਾਰ ਦੇ ਵਿੱਚ, ਤੇ ਬਾਪੂ ਜੀ ਇੱਥੇ ਇੱਕ ਫੈਕਟਰੀ ਦੇ ਵਿੱਚ ਜੌਬ ਕਰਦੇ ਸੀ। ਬਾਪੂ ਜੀ ਦੱਸਦੇ ਸੀ ਇੰਜੀਨੀਅਰ ਸੀ ਬਾਪੂ, ਕੋਈ ਟੈਕਨੀਕਲੀ ਕੰਮ ਕਰਦੇ ਸੀ ਫੈਕਟਰੀ 'ਚ। ਬਾਪੂ ਜੀ ਕਹਿੰਦੇ ਵੀ ਸਾਰੀ ਉਮਰ ਮੈਂ ਪੈਸਾ ਕਮਾ ਕੇ ਪਿੱਛੇ ਭੇਜਦਾ ਰਿਹਾ, ਉੱਥੇ ਡਾਕਖਾਨੇ ਦੇ ਰਾਹੀਂ ਪੈਸਾ ਜਾਂਦਾ ਬਾਹਰ, ਜਿਵੇਂ ਆਪਣੇ ਯੂਪੀ ਬਿਹਾਰ ਤੋਂ ਮਜ਼ਦੂਰ ਸਾਡੇ ਆਉਂਦੇ ਨੇ ਵੀਰ, ਤੇ ਸਾਰਾ ਪੈਸਾ ਉੱਥੇ ਭੇਜ ਦੇਣਾ। ਵੀ ਸਿਰਫ ਇੱਕ ਮੈਂ ਜਿੱਥੇ ਰਹਿੰਦਾ ਸੀਗਾ ਉਹ ਵੀ ਕੁਝ ਗਰੁੱਪ ਦੇ ਨਾਲ, ਮੈਂ ਆਪਣੇ ਮਿੱਤਰਾਂ ਨਾਲ ਰਹਿ ਕੇ, ਸਾਡੇ ਜਿਹੜੇ ਨਾਲ ਦੇ ਮਜ਼ਦੂਰ ਸੀ ਰੋਟੀ ਪਾਣੀ ਛਕ ਲੈਂਦੇ ਸੀ। ਜਦੋਂ ਬਾਪੂ ਜੀ ਨੂੰ ਅਧਰੰਗ ਹੋ ਗਿਆ, ਬਾਪੂ ਜੀ ਨੇ ਆਪਣੇ ਘਰੇ ਸੁਨੇਹਾ ਭੇਜਿਆ। ਕੁੜੀਆਂ 5 ਵਿਆਹਤੀਆਂ ਸੀਗੀਆਂ, 2 ਕੁੜੀਆਂ ਉੱਥੇ ਹੀ ਰੱਖੀਆਂ ਹੋਈਆਂ ਸੀ ਘਰੇ, ਜਿਵੇਂ ਮੰਨ ਲਓ ਘਰ ਜਵਾਈ ਰੱਖੇ ਹੋਏ ਸੀਗੇ। ਘਰ ਸੀ, ਜ਼ਮੀਨ ਸੀ ਬਾਪੂ ਦੀ ਪਿੱਛੇ, ਤਾਂ ਉਹਨਾਂ ਨੇ ਮਨਾ ਕਰਤਾ ਲੈ ਕੇ ਜਾਣ ਤੋਂ ਬਾਪੂ ਨੂੰ। ਕਹਿੰਦੇ ਇੱਥੇ ਹੀ ਰਹਿ ਤੂੰ, ਕੋਈ ਗੱਲ ਨਹੀਂ, ਇੱਥੇ ਹੀ ਠੀਕ ਆ ਤੂੰ। ਬਾਪੂ ਜੀ ਕਹਿੰਦਾ ਮੈਂ ਬੜੀਆਂ ਚਿੱਠੀਆਂ ਤਾਰਾਂ ਪਾਈਆਂ, ਪਰ ਮੇਰੀ ਕੋਈ ਤਾਰ ਦਾ, ਕੋਈ ਚਿੱਠੀ ਦਾ ਜਵਾਬ ਨਹੀਂ ਆਇਆ ਕਿਸੇ ਦਾ। ਫਿਰ ਬਾਪੂ ਜੀ ਦੱਸਦੇ ਸੀ ਵੀ ਮੈਂ ਕੁਝ ਲੈ ਕੇ ਪੈਸੇ ਕਿਸੇ ਤਰੀਕੇ ਕੁਝ ਸੀਗੇ ਜਿਹੜੇ ਮੇਰੇ ਕੋਲ ਜਮਾ ਮਾੜੇ ਮੋਟੇ, ਮੈਂ ਪਿੰਡ ਚਲਿਆ ਗਿਆ। ਟ੍ਰੇਨ 'ਚ ਮੈਨੂੰ ਬੰਦਿਆਂ ਨੇ ਬਿਠਾਤਾ, ਉੱਥੋਂ ਮੈਂ ਕਿਵੇਂ ਕਰਦਾ ਘਰੇ ਚਲਾ ਗਿਆ। ਤਾਂ ਜਦ ਘਰੇ ਗਿਆ ਤਾਂ ਘਰ ਵਾਲੀ ਨੇ ਜਵਾਬ ਦੇਤਾ ਵੀ ਅਸੀਂ ਤੈਨੂੰ ਸਾਂਭ ਨਹੀਂ ਸਕਦੇ। ਮਹੀਨਾ ਘਰੇ ਰਿਹਾ ਕਹਿੰਦਾ ਮੈਂ ਕਰੀਬ, ਤੇ ਮਹੀਨੇ 'ਚ ਕਹਿੰਦਾ ਮੇਰਾ ਉਹਨਾਂ ਨੇ ਉਹ ਹਾਲ ਕੀਤਾ ਵੀ ਮੈਂ ਬੜਾ ਔਖਾ ਹੋ ਕੇ, ਬੜਾ ਬੇਆਬਰੂ ਹੋ ਕੇ ਉਸ ਘਰ 'ਚੋਂ ਨਿਕਲਿਆ, ਜਿਹੜਾ ਮੈਂ ਕੱਲੀ ਪੰਜੀ ਜੋੜ ਕੇ ਮੈਂ ਉਹ ਘਰ ਬਣਾਇਆ, ਧੀਆਂ ਵਿਆਹੀਆਂ, ਉਹਨਾਂ ਨੂੰ ਪੜ੍ਹਾਇਆ। ਤਾਂ ਫਿਰ ਮੈਨੂੰ ਵਾਪਸ ਟ੍ਰੇਨ ਦੇ ਵਿੱਚ ਛੱਡ ਕੇ ਕੁਝ ਬੰਦੇ ਆ ਕੇ ਮੇਰੇ ਪਿੰਡ ਦੇ, ਤੇ ਮੈਂ ਟ੍ਰੇਨ 'ਚੋਂ ਲੁਧਿਆਣੇ ਆ ਪਹੁੰਚਿਆ, ਕਿਉਂਕਿ ਉੱਥੇ ਤਾਂ ਮੇਰਾ ਕੋਈ ਸਾਥੀ ਸੰਗੀ ਮੇਰੀ ਮਦਦ ਕਰਨਾ ਹੈ ਨਹੀਂ ਸੀ, ਕਿਉਂਕਿ ਮੈਂ 35 ਸਾਲ ਲੁਧਿਆਣੇ ਰਹਿ ਕੇ ਕਮਾਈ ਕੀਤੀ। ਤਾਂ ਵਾਪਸ ਫਿਰ ਲੁਧਿਆਣੇ ਆ ਗਿਆ। ਲੁਧਿਆਣੇ ਦੁਰਗਾ ਮਾਤਾ ਮੰਦਿਰ ਸਾਡੇ ਚੌਂਕ ਆ, ਲੁਧਿਆਣੇ ਮਾਤਾ ਰਾਣੀ ਚੌਂਕ ਵੱਜਦਾ ਭਾਈਵਾਲਾ ਤੋਂ ਅੱਗੇ, ਜਗਰਾਉਂ ਪੁਲ ਨੂੰ ਚੜ੍ਹਨ ਤੋਂ ਪਹਿਲਾਂ। ਉੱਥੇ ਬਾਪੂ ਕਹਿੰਦਾ ਫਿਰ ਮੈਂ ਮੰਦਿਰ ਦੇ ਬਾਹਰ ਆ ਕੇ ਬੈਠ ਗਿਆ। ਜਿੱਥੇ ਕਿਤੇ ਮੈਂ ਦਾਨ ਕਰਨ ਆਉਂਦਾ ਸੀ, ਜਿੱਥੇ ਕਿਤੇ ਮੈਂ ਮੱਥਾ ਟੇਕਣ ਆਉਂਦਾ ਹੁੰਦਾ ਸੀ, ਜਿੱਥੇ ਕਿਤੇ ਮੈਂ ਲੋੜਵੰਦਾਂ ਨੂੰ ਆਪਦੀ ਕਮਾਈ ਚੋਂ ਕਈ ਵਾਰੀ ਰੋਟੀ ਖਵਾਉਂਦਾ ਹੁੰਦਾ ਸੀ, ਤੇ ਉੱਥੇ ਆ ਕੇ ਅਖੀਰ ਨੂੰ ਉਹਨਾਂ ਹੱਥ ਅੱਡਣ ਵਾਲਿਆਂ ਦੇ ਵਿੱਚ ਮੈਂ ਬੈਠ ਗਿਆ, ਉਹਨਾਂ ਮਜਬੂਰ ਲੋਕਾਂ ਦੇ ਵਿੱਚ ਆ ਕੇ ਮੈਂ ਬੈਠ ਗਿਆ। ਤੇ ਜਦੋਂ ਹੱਥ ਅੱਡਣਾ ਕਿਸੇ ਦੇ ਮੂਹਰੇ, ਤਾਂ ਅੰਦਰੋਂ ਧਾਹ ਨਿਕਲਦੀ ਸੀ। ਪਰ ਸਮਾਂ ਬੜਾ ਬਲਵਾਨ ਆ, ਬੜਾ ਬੇਰਹਿਮ ਆ। ਉਹ ਸਭ ਕੁਝ ਕਰਾਉਂਦਾ ਜੋ ਇਨਸਾਨ ਨਹੀਂ ਵੀ ਕਰਨਾ ਚਾਹੁੰਦਾ, ਸਮਾਂ ਉਹ ਸਭ ਕੁਝ ਕਰਾ ਦਿੰਦਾ। ਅੱਜ ਸਾਡੇ ਪਤਾ ਨਹੀਂ ਕਿੰਨੇ ਕੁ ਚੰਗੇ ਕਰਮ ਤੇ ਭਾਗ ਸੀ ਜਿਹੜੀ ਸਾਨੂੰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। 6 ਸਾਲ ਬਾਪੂ ਜੀ ਦੇ ਦੰਦਾਂ ਤੇ ਸੋਨਾ ਲੱਗਿਆ ਹੋਇਆ ਸੀ, ਨੇੜਿਓਂ ਨਹੀਂ ਦਿਖਾ ਸਕਦੇ, ਨਹੀਂ ਤਾਂ ਉਹਨਾਂ ਨੇ ਵੀਡੀਓ ਹਿਡਨ ਕਰ ਦੇਣੇ ਆ। ਯਾਨੀ ਕਿ ਸੋਨੇ ਦੇ ਦੰਦ, ਸੋਨੇ ਦੀ ਪਾਨ ਚੜਾਈ ਹੋਈ ਹੁੰਦੀ ਹੈ, ਜਿਵੇਂ ਬਜ਼ੁਰਗ ਸ਼ੌਂਕੀ ਹੁੰਦੇ ਆ ਜਿਹੜੇ। ਬਾਪੂ ਜੀ ਦੇ ਪੱਟਾਂ ਦੇ ਉੱਪਰ ਮੋਰਨੀਆਂ ਬਣਾਈਆਂ ਹੋਈਆਂ ਸੀਗੀਆਂ ਨਾ, ਜਿਵੇਂ ਸ਼ੌਂਕ ਹੁੰਦਾ ਬਜ਼ੁਰਗਾਂ ਨੂੰ, ਪੱਟਾਂ ਤੇ ਡੋਲਿਆਂ ਦੇ ਉੱਤੇ ਸ਼ੇਰ ਬਣਾਇਆ ਹੋਇਆ ਸੀ ਬਾਪੂ ਦੇ। ਪਰ ਦੁੱਖ ਇਸ ਗੱਲ ਦਾ ਵੀ ਅੱਜ ਜਦੋਂ ਕੋਈ ਬੰਦਾ ਪਿੱਛੇ ਰਹਿ ਗਿਆ ਜਾਂ ਡਿੱਗ ਪਿਆ, ਉਹਨੂੰ ਉਠਾਉਂਦਾ ਨਹੀਂ ਕੋਈ, ਉਹਨੂੰ ਲੱਤੜ ਦਿੱਤਾ ਜਾਂਦਾ, ਉਹਦੇ ਉੱਪਰ ਦੀ ਨਿਕਲ ਜਾਂਦੇ ਨੇ ਲੋਕ। ਤੇ ਉਹੀ ਬਾਪੂ ਗੁਜਰਾਜ ਸਿੰਘ ਨਾਲ ਵੀ ਸਮਾਂ ਇਸੇ ਤਰ੍ਹਾਂ ਹੀ ਆ ਕੇ ਟੱਕਰਿਆ। ਭੀਖ ਮੰਗਣ ਲਈ ਮਜਬੂਰ ਹੋ ਗਿਆ, ਪੇਟ ਭਰਨ ਲਈ ਮਜਬੂਰ ਹੋ ਗਿਆ, ਲੋਕਾਂ ਮੂਹਰੇ ਹੱਥ ਅੱਡਣ ਲਈ। ਸਮਾਂ ਬੀਤਦਾ ਗਿਆ। ਬਾਪੂ ਕਹਿੰਦਾ ਮੈਂ 5-6 ਸਾਲ ਉੱਥੇ ਸੜਕ ਤੇ ਕੱਢੇ। ਬੜੇ ਕਹਿੰਦਾ ਮੇਰੇ ਨਾਲ ਦੇ ਆਉਂਦੇ ਸੀ ਉੱਥੇ ਮੈਨੇਜਰ, ਮੈਂ ਕਹਿੰਦਾ ਟੈਕਨੀਕਲੀ ਇੰਜੀਨੀਅਰ ਸੀਗਾ, ਮੈਨੂੰ ਬੜੇ ਲੋਕ ਮਿਲਦੇ ਜਿਹੜੇ ਮੇਰੇ ਨਾਲ ਕੰਮ ਕਰਦੇ, ਤੇ ਬੜਾ ਮੈਨੂੰ ਕਹਿੰਦਾ ਮੈਂ ਮੂੰਹ ਲੁਕਾਉਣਾ, ਕਿਤੇ ਸ਼ਰਮ ਮੰਨਣੀ ਵੀ ਇਹ ਮੇਰੇ ਨਾਲ ਜਿਹੜੇ ਮੇਰੇ ਜੂਨੀਅਰ ਸੀਗੇ, ਅੱਜ ਉਹ ਮੈਨੂੰ 10 ਰੁਪਏ ਦੇ ਕੇ ਜਾਂਦੇ ਸੀ ਉੱਥੇ ਬੈਠੇ ਨੂੰ। ਬੜੀ ਸ਼ਰਮ ਆਉਂਦੀ ਸੀ। ਕਹਿੰਦਾ ਜਦੋਂ ਮੈਨੂੰ ਪੁੱਛਦੇ ਸੀ ਕਿ ਗੁਜਰਾਜ ਸਿੰਘ ਰੋਟੀ ਦੇ ਦਈਏ ਤੈਨੂੰ ਕੁਝ ਖਾਣਾ, ਕਹਿੰਦਾ ਜਿਨ੍ਹਾਂ ਨੂੰ ਮੈਂ ਰੋਟੀ ਖਵਾਉਂਦਾ ਸੀ ਕਿਸੇ ਟਾਈਮ, ਜਿਨ੍ਹਾਂ ਦੀਆਂ ਮੈਂ ਹਾਜ਼ਰੀਆਂ ਲਾਉਂਦਾ ਸੀ, ਜਿਨ੍ਹਾਂ ਦੀਆਂ ਤਰੱਕੀਆਂ ਦੇ ਵਿੱਚ ਮੈਂ ਸਾਈਨ ਕਰਦਾ ਸੀ, ਉਹਨਾਂ ਨੂੰ ਤਰੱਕੀ ਮਿਲਦੀ ਸੀ, ਜਿਹੜੇ ਮੇਰੇ ਜੂਨੀਅਰ ਸੀ, ਤੇ ਅੱਜ ਉਹ ਮੈਨੂੰ ਉੱਥੇ ਬੈਠੇ ਨੂੰ 10 ਰੁਪਏ ਦੇ ਕੇ ਜਾਂਦੇ ਸੀ। ਤਾਂ ਇੱਕ ਦਿਨ ਕਾਲਾ ਦਿਨ ਇਦਾਂ ਦਾ ਚੜਿਆ, ਕੋਈ ਮਿਨਿਸਟਰ ਆਇਆ
ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਸਾਡੇ ਲੁਧਿਆਣੇ ਸ਼ਹਿਰ 'ਚ। ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ। ਬੜੀ ਸ਼ਰਮ ਦੀ ਗੱਲ ਆ ਵੀ ਉਸ ਲੀਡਰਾਂ ਦੀ ਖਾਤਰ ਜਿੰਨੇ ਉਸ ਰੋਡ ਤੇ ਮੰਗ ਤੇ ਬੈਠੇ ਸੀ, ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਸਟੇਡੀਅਮ 'ਚ ਜਾਣਾ ਸੀ ਤੇ ਉਸ ਰੂਟ ਦੇ ਉੱਤੋਂ ਦੀ ਲੰਘਣਾ ਸੀ। ਉਸ ਰੂਟ ਤੋਂ ਜਿੰਨੇ ਮੰਗ ਤੇ ਬੈਠੇ ਸੀ ਸਾਰੇ ਚੱਕ ਕੇ ਗੱਡੀਆਂ 'ਚ ਲੱਦ ਲਏ ਤੇ ਗੱਡੀਆਂ 'ਚ ਲੱਦ ਕੇ ਪ੍ਰਤਾਪ ਸਿੰਘ ਵਾਲਾ ਮੰਡੀ 'ਚ ਬਿਠਾ ਲਏ ਡਿਟੇਨ ਕਰਕੇ। ਬੜਾ ਮੰਗ ਤੇ ਸਾਰੇ ਰੌਲਾ ਪਾਉਣ ਵੀ ਸਾਡੀ ਰੋਟੀ ਮਰ ਜੂ, ਸਾਨੂੰ ਉੱਥੇ ਰੋਟੀ ਮਿਲਦੀ ਆ, ਪਰ ਕੋਈ ਸੁਣੀ ਨਹੀਂ ਗਈ ਉਹਨਾਂ ਦੀ। ਤੇ ਜਿਹੜੇ ਚੱਲਣ ਜੋਗੇ ਸੀ, ਕਰਨ ਜੋਗੇ ਸੀ ਕੁਛ, ਉਹ ਤਾਂ ਰੁੜਦੇ ਖੁੜਦੇ। ਜਦੋਂ ਪ੍ਰਧਾਨ ਮੰਤਰੀ ਵਾਪਸ ਚਲਿਆ ਗਿਆ ਕੁਝ ਦਿਨਾਂ ਬਾਅਦ ਉੱਥੇ ਪਹੁੰਚ ਗਏ ਫੇਰ ਤੋਂ, ਤੇ ਬਾਪੂ ਕਹਿੰਦਾ ਮੈਨੂੰ ਕੋਈ ਚੱਕ ਕੇ ਲਿਜਾਣ ਵਾਲਾ ਵੀ ਹੈ ਨਹੀਂ ਸੀ, ਨਾ ਮੈਨੂੰ ਰਿਕਸ਼ੇ ਵਾਲਾ ਬਿਠਾਉਂਦਾ ਸੀ ਕੋਈ, ਤੇ ਨਾ ਮੈਨੂੰ ਉੱਥੇ ਕੋਈ ਲਿਜਾਣ ਵਾਲਾ ਸੀ, ਕਿਉਂਕਿ ਮੈਂ ਚੱਲ ਨਹੀਂ ਸਕਦਾ ਸੀ, ਮੇਰੀਆਂ ਲੱਤਾਂ ਦੋਨੋਂ ਜਾਮ ਹੋਈਆਂ ਸੀ, ਮੈਂ ਰੁੜ ਵੀ ਨਹੀਂ ਸੀ ਸਕਦਾ। ਜਿੱਥੇ ਛੱਡ ਗਏ ਸੀ ਮੈਂ ਉੱਥੇ ਹੀ ਬੈਠਾ ਸੀ ਬਸ। ਤੇ ਉੱਥੇ ਕਹਿੰਦਾ ਫਿਰ ਮੈਨੂੰ ਰੋਟੀ ਆਂਢ ਗੁਆਂਢ ਕੋਈ ਲੋਕ ਦੇਣ ਲੱਗ ਗਏ, ਤੇ ਰੋਟੀ ਦਾ ਹੀ ਮਸਲਾ ਸੀ। ਕਹਿੰਦਾ ਮੈਂ ਰੋਟੀ ਖਾਣ ਲੱਗ ਗਿਆ ਤੇ ਮੈਨੂੰ ਇੰਜ ਲੱਗਿਆ ਵੀ ਜੇ ਰੋਟੀ ਹੀ ਖਾਣੀ ਉੱਥੇ ਬੈਠ ਕੇ ਵੀ ਇੱਥੇ ਵੀ ਰੋਟੀ ਖਾਣੀ ਆ, ਤੇ ਕਹਿੰਦਾ ਮੈਂ ਉੱਥੇ ਮੰਡੀ ਦੇ ਵਿੱਚ ਸਮਾਂ ਬੀਤਣਾ ਸ਼ੁਰੂ ਹੋ ਗਿਆ ਮੇਰਾ। ਇਹ ਜਿਹੜੀ ਇਸ ਦਾਸਤਾਨ ਨੂੰ ਤੁਸੀਂ ਸੁਣ ਰਹੇ ਹੋ ਨਾ, ਇਹ ਸੋਚਿਓ ਜ਼ਰੂਰ, ਇਹ ਰੀਅਲ ਲਾਈਫ ਦੀ ਗੱਲ ਆ, ਰੀਅਲ ਨਕਲੀ ਨਹੀਂ, ਕੋਈ ਫਿਲਮਾਂ ਦਾ ਸਟੋਰੀ ਨਹੀਂ ਸੁਣਾਈ ਜਾ ਰਹੀ। ਇਸ ਬਾਪੂ ਬਜ਼ੁਰਗ ਬਾਪੂ ਗੁਜਰਾਜ ਸਿੰਘ ਜੀ ਦੀ ਜ਼ਿੰਦਗੀ ਦਾ ਇੱਕ ਕੌੜਾ ਸੱਚ ਆ। ਇੱਕ ਦਿਨ ਕਹਿੰਦੇ ਬਾਪੂ ਜੀ ਕਹਿੰਦੇ ਮੀਂਹ ਆਇਆ, ਮੰਡੀ ਦੇ ਵਿੱਚ ਪਾਣੀ ਭਰ ਗਿਆ ਰਾਤ ਨੂੰ ਜਿਵੇਂ ਜਿਵੇਂ ਪਾਣੀ ਭਰਦਾ ਗਿਆ ਮੇਰੇ ਕਹਿੰਦਾ ਮੈਂ ਬੈਠਾ ਸੀ ਥੱਲੇ, ਮੇਰੀਆਂ ਲੱਤਾਂ ਲੌਗੀਆਂ ਪਾਣੀ 'ਚ, ਵਿੱਚੇ ਹੀ ਕਹਿੰਦਾ ਗੰਦ ਤੁਰਿਆ ਫਿਰੇ, ਸੱਪ ਤੁਰੇ ਫਿਰਨ, ਡੱਡੂ ਤੁਰੇ ਫਿਰਨ, ਕਿਸੇ ਕਿਵੇਂ ਨਾ ਕਿਵੇਂ ਕਰਕੇ ਰੁੜਦਾ ਕਹਿੰਦਾ ਮੈਂ ਪਾਣੀ ਵੀ ਮੈਨੂੰ ਥੋੜੀ ਮਦਦ ਕਰਨ ਲੱਗ ਗਿਆ ਰੁੜਨ 'ਚ। ਮੈਂ ਇੱਕ ਪਾਈਪ ਦੇ ਕੋਲੇ ਚਲਿਆ ਗਿਆ, ਜਿਵੇਂ ਜਿਵੇਂ ਪਾਈਪ ਦੇ ਨਾਲ ਕਹਿੰਦਾ ਮੇਰਾ ਪਾਣੀ ਭਰਦਾ ਗਿਆ, ਮੇਰੀ ਛਾਤੀ ਤੱਕ ਆ ਗਿਆ ਪਾਣੀ, ਮੋਢਿਆਂ ਤੱਕ ਆ ਗਿਆ। ਜਦੋਂ ਮੇਰਾ ਮੂੰਹ ਵਿੱਚ ਡੁੱਬਣ ਲੱਗ ਗਿਆ ਪਾਣੀ ਦੇ, ਤੇ ਕਹਿੰਦਾ ਉਸ ਪਾਈਪ ਦੇ ਵਿੱਚ ਮੈਂ ਆਪਦੀਆਂ ਏਦਾਂ ਬਾਹਾਂ ਫਸਾ ਲੀਆਂ ਦੋਨੇ, ਤੇ ਉਹ ਪਾਈਪ ਦੇ ਵਿੱਚ ਲਮਕ ਗਿਆ। ਕਹਿੰਦਾ ਮੈਂ ਤਾਂ ਲਟਕ ਗਿਆ, ਤੇ ਪਾਣੀ ਕਹਿੰਦਾ ਮੇਰੇ ਅੱਖਾਂ ਤੱਕ ਜਾ ਲਿਆ ਗਿਆ ਜਦੋਂ ਮੈਂ ਬਹਿੰਦਾ ਸੀ। ਤੇ ਕਹਿੰਦਾ ਜਦੋਂ ਮੇਰੀਆਂ ਅੱਖਾਂ ਮਿਚਦੀਆਂ, ਨੀਂਦ ਆਉਂਦੀ, ਤਾਂ ਮੇਰਾ ਹੱਥ ਛੁੱਟ ਜਾਂਦਾ, ਕੂਣੀਆਂ ਖੁੱਲ ਜਾਂਦੀਆਂ ਤੇ ਮੈਂ ਪਾਣੀ 'ਚ ਡੁੱਬ ਜਾਂਦਾ। ਫੇਰ ਉੱਠਦਾ ਫਟਾਫਟ, ਕਹਿੰਦਾ ਮੈਂ ਫੇਰ ਲੱਤਾਂ ਬਾਹਾਂ ਉਹਦੇ ਵਿੱਚ ਫਸਾ ਲੈਂਦਾ। ਇਸ ਤਰੀਕੇ ਨਾਲ ਕਹਿੰਦਾ ਮੈਂ ਉਹ ਰਾਤ ਸਦੀਆਂ ਵਰਗੀ ਕੱਢੀ, ਉਹ ਰਾਤ ਸਾਲਾਂ ਵਰਗੀ ਨਿਕਲੀ, ਉਹ ਪਾਲੋ ਘੜੀਆਂ ਵੀ ਘੰਟਿਆਂ ਵਰਗੇ ਹੋ ਗਏ। ਇਹ ਵਕਤ ਦੀ ਗੱਲ ਦੱਸਦੇ ਆ ਵੀ ਇੱਕ ਵਕਤ ਜਦੋਂ ਬੰਦੇ ਤੇ ਆਉਂਦਾ, ਜਿਹੜਾ ਰਾਜਾ ਹੁੰਦਾ ਆਪਦੇ ਘਰ 'ਚ, ਜਿਹੜਾ ਆਪਦੇ ਧੀਆਂ ਪੁੱਤਾਂ ਦੇ ਵਿੱਚ ਬੈਠਾ ਆਪਦੇ ਆਪ ਨੂੰ ਰਾਜਾ ਸਮਝਦਾ ਅੱਜ, ਉਹ ਵੀ ਕਿਸੇ ਨਾ ਕਿਸੇ ਟਾਈਮ ਬੇ ਔਲਾਦ ਹੋ ਜਾਂਦਾ, ਉਹ ਵੀ ਕਿਸੇ ਨਾ ਕਿਸੇ ਦਿਨ ਬੇਸਹਾਰਾ ਹੋ ਜਾਂਦਾ। ਤਾਂ ਉਸ ਰਾਤ ਨੂੰ ਬਾਪੂ ਕਹਿੰਦਾ ਮੈਂ ਯਾਦ ਕਰਕੇ ਅੱਜ ਵੀ ਕੰਬ ਜਾਣਾ, ਕਿਉਂਕਿ ਅਸੀਂ ਢਾਬੇ ਤੇ ਹੁੰਦੇ ਸੀ, ਮੈਂ ਬਾਪੂ ਕੋਲੇ ਕਮਰੇ 'ਚ ਬੈਠ ਜਾਣਾ, ਗੱਲਾਂ ਕਰਨੀਆਂ, ਬਾਪੂ ਦੇ ਨਾਲ ਪੁੱਛਣਾ, ਬੜੀਆਂ ਬਾਪੂ ਨੇ ਗੱਲਾਂ ਸੁਣਾਉਣੀਆਂ ਨੇ। ਕਹਿਣਾ ਮੇਰੀ ਮਾਡਲ ਟਾਊਨ ਐਕਸਟੈਂਸ਼ਨ 'ਚ ਕੋਠੀ ਹੁੰਦੀ ਸਾਡੀ ਆਪਦੀ, ਕਹਿੰਦਾ ਲਈ ਹੋਈ। ਬਾਪੂ ਦੱਸਦਾ ਸੀ ਬਾਪੂ ਨੇ BSc ਖਨੀ ਕਿਹੜੀ ਪੜ੍ਹਾਈ ਏਦਾਂ MA ਕੀਤੀ ਹੋਈ ਸੀ ਕੋਈ ਬੋਧ ਗਿਆ ਯੂਨੀਵਰਸਿਟੀ ਤੋਂ, ਪਰ ਸਮਾਂ ਜਿਹੜਾ ਪੜ੍ਹਾਈਆਂ ਲਿਖਾਈਆਂ ਸਭ ਸਾਡੀਆਂ ਜ਼ੀਰੋ ਕਰ ਦਿੰਦਾ। ਤੇ ਉਹ ਦਿਨ ਕਹਿੰਦਾ ਜਦੋਂ ਰਾਤ ਮੇਰੀ ਨਿਕਲੀ, ਸਵੇਰੇ ਮੈਂ ਉੱਠਿਆ ਤਾਂ ਪਾਣੀ ਥੋੜਾ ਥੋੜਾ ਘਟ ਰਿਹਾ ਸੀ, ਤੇ ਉਹ ਲੋਕ ਜਿਹੜੇ ਮੈਨੂੰ ਰੋਟੀ ਦੇ ਕੇ ਜਾਂਦੇ, ਜਿਹੜੇ ਮੇਰੇ ਕੋਲ ਦੀ ਰੋਜ਼ ਲੰਘਦੇ ਸੀ, ਉਹਨਾਂ ਲੋਕਾਂ ਨੇ ਕਹਿਣਾ ਮੈਨੂੰ ਚੱਕ ਕੇ ਕੱਢ ਕੇ ਵਿੱਚੋਂ ਉੱਥੋਂ ਉਸ ਦਫ਼ਤਰ 'ਚ ਬਿਠਾਤਾ ਉੱਚੇ ਥਾਂ ਕਰਕੇ, ਜਿੱਥੇ ਲਿਖਿਆ ਸੀ ਰਾਜ ਨਹੀਂ ਸੇਵਾ ਹੈ। ਉਹ ਸੁਵਿਧਾ ਸੈਂਟਰ ਬਣੇ ਹੋਏ ਸੀ, ਤੇ ਉਹ ਸੁਵਿਧਾ ਸੈਂਟਰ ਦਾ ਬਰਾਂਡਾ ਫਿਰ ਬਾਪੂ ਦਾ ਘਰ ਬਣ ਗਿਆ। ਤਾਂ ਸਮਾਂ ਬੀਤਦਾ ਗਿਆ, ਵਾਹਿਗੁਰੂ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਨੇ ਸਾਡੇ ਤੇ, ਸਾਨੂੰ ਕਲਯੁਗੀਆਂ ਨੂੰ ਚੰਗੇ ਰਸਤੇ ਤੇ ਲਿਆਂਦਾ, ਸਾਡੀ ਇਸ ਕਲਯੁਗੀ ਸਰੀਰ ਨੂੰ ਚੰਗੀ ਮੱਤ ਦੇ ਕੇ ਚੰਗੇ ਪਾਸੇ ਨੂੰ ਲਾਇਆ। ਤਾਂ 2016 'ਚ ਜਿੱਦਾਂ ਤੁਹਾਨੂੰ ਪਤਾ ਅਰੁਣ ਕੁਮਾਰ ਸ਼ੁਕਲਾ ਬਾਈ ਸਾਡੇ ਢਾਬੇ ਤੇ ਆ ਡਿੱਗਿਆ, ਉਹਨੂੰ ਚੱਕਿਆ, ਉਹਦਾ ਇਸ਼ਨਾਨ ਕਰਾ ਕੇ ਉਹਦੀਆਂ ਫੋਟੋਆਂ ਪਾਤੀਆਂ, ਉਹਦਾ ਘਰ ਲੱਭ ਗਿਆ। ਉਹਦਾ ਭਰਾ ਉਹਨੂੰ ਮਿਲਣ ਆਇਆ, ਜਦੋਂ ਉਹਨੇ ਦੇਖਿਆ ਵੀ ਇਹ ਤਾਂ ਚੱਲ ਫਿਰ ਨਹੀਂ ਸਕਦਾ, ਅਧਰੰਗ ਹੋਇਆ, ਉਹ ਛੱਡ ਕੇ ਮੁੜ ਗਿਆ।
ਉਹ ਰਹਿਣ ਲੱਗ ਗਿਆ। ਫਿਰ ਇਦਾਂ ਹੀ ਇੱਕ ਹੋਰ ਦੋ ਹੋਰ ਸੜਕਾਂ ਤੋਂ ਚੱਕ ਕੇ ਲਵਾਰਸ ਬੰਦੇ, ਜਿਵੇਂ ਕੋਈ ਬਹੁਤ ਮਾੜੀ ਹਾਲਤ 'ਚ ਹੁੰਦਾ, ਇਸ਼ਨਾਨ ਪਾਣੀ ਕਰਾ ਦੇਣਾ, ਉਹਦੀਆਂ ਫੋਟੋਆਂ ਫੇਸਬੁੱਕ ਤੇ ਪਾ ਦੇਣੀਆਂ। ਇੱਕ ਵੀਰ ਦਾ ਹੋਰ ਘਰ ਲੱਭ ਗਿਆ ਜਿਹੜਾ ਸਭ ਤੋਂ ਪਹਿਲਾ ਮੈਂਬਰ ਸਾਡਾ ਘਰੇ ਗਿਆ ਸੀ, ਮੱਖਣ ਸਿੰਘ ਫਗਵਾੜੇ ਤੋਂ। ਤਾਂ ਫਿਰ ਭੈਣ ਭਰਾ ਸਾਨੂੰ ਫੋਨ ਕਰਨ ਲੱਗ ਗਏ, ਵੀਡੀਓ ਭੇਜਣ ਲੱਗ ਗਏ। ਫਿਰ ਬਾਪੂ ਕੇਸਰ ਸਿੰਘ ਢਾਲੀਵਾਲ ਜੀ ਨੂੰ ਅਸੀਂ ਲੈ ਕੇ ਆਏ ਜਾ ਕੇ। ਬਾਪੂ ਜੀ ਦੇ ਲੱਤ 'ਚ ਕੀੜੇ ਪਏ ਹੋਏ ਸੀ, ਪਹਿਲੇ ਮੈਂਬਰ ਸੀ ਸਾਡੇ ਇਹ। ਇਹਨਾਂ ਦੀ ਵੀਡੀਓ ਦੇਖ ਕੇ ਫਿਰ ਹੋਰ ਬਹੁਤ ਸਾਰੇ ਫੋਨ ਕਰਨ ਲੱਗ ਗਏ ਸਾਨੂੰ ਭੈਣ ਭਰਾ। ਫਿਰ ਬਾਪੂ ਕੇਸਰ ਸਿੰਘ ਜੀ ਤੋਂ ਬਾਅਦ ਨੀਰਜ ਆਇਆ ਸੀ ਸਾਡੇ ਕੋਲੇ। ਨੀਰਜ ਤੋਂ ਬਾਅਦ ਬਾਪੂ ਗਜਰਾਜ ਸਿੰਘ ਜੀ ਨੂੰ ਅਸੀਂ ਮੰਡੀ ਚੋਂ ਲੈ ਕੇ ਗਏ ਸੀ, ਪ੍ਰਤਾਪ ਸਿੰਘ ਵਾਲੇ ਤੋਂ, ਯਾਨੀ ਕਿ ਚੌਥੇ ਕੁ ਮੈਂਬਰ ਸੀਗੇ। ਉਸ ਤੋਂ ਬਾਅਦ ਸਾਡੇ ਬੱਬੂ ਬਾਬਾ ਜੀ ਨੂੰ ਅਸੀਂ ਪਹਿਲਾਂ ਸੱਚ ਲੈ ਕੇ ਆਏ ਸੀ ਇੱਥੋਂ ਜੋਧਾਂ ਤੋਂ। ਸਾਡੇ ਹਰਪ੍ਰੀਤ ਸਿੰਘ ਗਰੇਵਾਲ ਨੇ ਸਾਨੂੰ ਦੱਸਿਆ ਸੀ, ਵੀਰ ਨੇ, ਕਿਹੜੇ ਗੁਰਦੁਆਰਾ ਸਾਹਿਬ ਚੋਂ ਹੈ, ਦੋਲੋਂ ਕਲਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਏ ਸੀ। ਤਾਂ ਫਿਰ ਗਜਰਾਜ ਸਿੰਘ ਬਾਪੂ ਜੀ ਨੂੰ ਲੈ ਕੇ ਆਏ। ਤੇ ਇਹ ਸਫ਼ਰ ਕਿੱਦਾਂ ਅਸੀਂ ਇੱਥੇ ਤੱਕ ਪਹੁੰਚੇ ਆ, ਇਹਦੇ ਵਿੱਚ ਵੀ ਬੜੀਆਂ ਖੱਟੀਆਂ ਤੇ ਮਿੱਠੀਆਂ ਯਾਦਾਂ ਸਾਡੀਆਂ ਬਾਪੂ ਜੀ ਦੇ ਨਾਲ ਜੁੜੀਆਂ ਹੋਈਆਂ ਸੀ। ਬੜੇ ਚੰਗੇ ਸੁਭਾਅ ਦੇ ਸੀ ਬਾਪੂ। ਮੰਜੇ ਤੇ ਹੋਣ ਦੇ ਬਾਵਜੂਦ ਵੀ, ਚੱਲਣ ਫਿਰਨ ਤੋਂ ਸਮਰੱਥ ਹੋਣ ਦੇ ਬਾਵਜੂਦ ਵੀ ਖੁਸ਼ ਮਿਜਾਜ ਸੀ ਬਾਪੂ ਜੀ, ਖੁਸ਼ ਰਹਿੰਦੇ ਸੀ। ਬੜੇ ਗੁਣਵਾਨ ਸੀ ਇਨਸਾਨ। ਪਰ ਅੱਜ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਬਾਪੂ ਜੀ ਉਸ ਅੱਲਾ ਦੇ, ਉਸ ਰਾਮ ਦੇ, ਉਸ ਵਾਹਿਗੁਰੂ ਦੇ, ਉਸ ਭਗਵਾਨ ਦੇ ਚਰਨਾਂ 'ਚ ਜਾ ਬਰਾਜੇ ਆ। ਪਤਾ ਨਹੀਂ ਕਿਹੜੇ ਗ੍ਰਾਂ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਕਿੱਥੇ ਇਹ ਵੱਡੇ ਹੋਏ, ਕਿੱਥੇ ਇਹਨਾਂ ਨੇ ਜਵਾਨੀ ਹੰਢਾਈ, ਕਿੱਥੇ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਸਰਮਾਇਆ ਜਿੰਨਾ ਕਮਾਇਆ ਸਾਰਾ ਉੱਥੇ ਲਾਤਾ, ਤੇ ਕਿੱਥੇ ਆ ਕੇ ਅੱਜ ਇਹਨਾਂ ਦਾ ਅਖੀਰ ਸਾਡੇ ਇਹਨਾਂ ਕਲਯੁਗੀ ਹੱਥਾਂ ਦੇ ਰਾਹੀਂ ਅੱਜ ਅੰਤਮ ਸੰਸਕਾਰ ਹੋਣ ਜਾ ਰਿਹਾ। ਇਹ ਸਭ ਉਹਦੀ ਕਿਰਪਾ। ਉਹ ਸਭ ਤਾਣੇ ਬਾਣੇ ਬੁਣ ਕੇ ਰੱਖਦਾ, ਚਾਹੇ ਤੁਹਾਡੇ ਆ ਚਾਹੇ ਸਾਡੇ ਆ, ਸਭ ਤੈਅ ਆ। ਇਹ ਸਿਰਫ ਇੱਕ ਚੀਜ਼ ਬਦਲ ਸਕਦੇ ਹਾਂ ਅਸੀਂ, ਉਹ ਜੋ ਅੱਜ ਦਾ ਸਮਾਂ, ਅੱਜ ਦਾ ਪ੍ਰੈਜ਼ੈਂਟ ਤੁਹਾਡੇ ਹੱਥ 'ਚ ਆ। ਜੇ ਤੁਸੀਂ ਇਹਨੂੰ ਚੰਗੇ ਲੇਖੇ ਲਾ ਲਓਗੇ ਤਾਂ ਚੰਗੀਆਂ ਇਛਾਵਾਂ ਤੁਹਾਡੀਆਂ ਪੂਰੀਆਂ ਹੋ ਸਕਦੀਆਂ। ਜੇ ਮਾੜੇ ਲੇਖੇ ਲਾਓਗੇ ਤਾਂ ਪਤਾ ਨਹੀਂ ਲੱਗਦਾ ਸਮਾਂ ਬਦਲਦੇ ਦਾ। ਜਦੋਂ ਪਾਣੀ ਦੀ ਛੱਲ ਵਾਂਗ ਸਮਾਂ ਬਦਲਦਾ, ਸਭ ਕੁਝ ਤਹਿਸ ਨਹਿਸ, ਸਭ ਕੁਝ ਉਲਟ ਪੁਲਟ ਕਰ ਦਿੰਦਾ ਉਹ। ਅੱਜ ਅਰਦਾਸ ਕਰਿਓ ਸਾਰੇ ਜਾਣੇ ਬਾਪੂ ਗਜਰਾਜ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ। 2 ਦਿਨ ਹੋ ਗਏ ਸੀ ਬਾਪੂ ਜੀ ਨੂੰ ਅਕਾਲ ਚਲਾਣਾ ਕੀਤਿਆਂ। ਪਰਸੋਂ ਦੀ ਅਸੀਂ ਪੋਸਟ ਪਾਈ ਸੀ ਵੀ ਚਲੋ ਕੋਈ ਸੰਗੀ ਸਾਥੀ ਕੋਈ ਆਵੇ ਜਿਹੜਾ ਸਾਡੇ ਨਾਲ ਖੜ ਸਕੇ, ਆ ਕੇ ਆਪਾਂ ਇਹਨਾਂ ਦਾ ਅੰਤਮ ਸੰਸਕਾਰ ਕਰ ਸਕੀਏ। ਪਰ ਅੱਜ ਵਾਹਿਗੁਰੂ ਨੇ ਸ਼ਾਇਦ ਇਹਨਾਂ ਵੀਰਾਂ ਦੀ ਡਿਊਟੀ ਲਾਈ ਹੋਈ ਸੀਗੀ। ਇਹ ਵੀਰੇ ਹੁਣੀ ਸਾਡੇ ਕੋਲ ਆਏ ਸੀ। ਕਿੱਥੋਂ ਵੀਰੇ? ਅੰਮ੍ਰਿਤਸਰ ਤੋਂ ਵੀਰੇ ਹੁਣ ਅਨਮੋਲ ਦੀ ਟੀਮ ਤੋਂ ਆ ਵੀਰੇ। ਇੱਕ ਬੱਚੇ ਲੈ ਕੇ ਆਏ ਨੇ, 2 ਜੋ ਛੋਟੇ ਛੋਟੇ ਬੱਚੇ ਨੇ, ਦੋਨੇ ਭੈਣਾਂ, ਉਹ ਬਲਾਈਂਡ ਨੇ ਜਨਮ ਤੋਂ ਹੀ ਅੱਖਾਂ ਤੋਂ। ਉਹਨਾਂ ਨੂੰ ਲੈ ਕੇ ਇੱਥੇ ਸਾਡੇ ਕੋਲ ਅੱਜ ਆਏ ਸੀ। ਤੇ ਪਰ ਅੱਜ ਇਹਨਾਂ ਦੀ ਵੀ ਸੇਵਾ ਸਾਡੇ ਨਾਲ ਲੱਗੀ ਸੀ। ਅਸੀਂ ਹੁਣ ਬਾਪੂ ਗਜਰਾਜ ਸਿੰਘ ਜੀ ਦਾ ਅੰਤਮ ਸੰਸਕਾਰ ਇੱਥੇ ਸਾਡੇ ਪਿੰਡ ਹਸਨਪੁਰ ਸ਼ਮਸ਼ਾਨ ਘਾਟ 'ਚ ਕਰਨ ਲੱਗੇ ਆ ਜੀ। ਤੇ ਹਜੇ ਅੱਜ ਹੀ ਮਾਤਾ ਜੀ ਦੇ ਫੁੱਲ ਚੁਗੇ ਆ। ਮਾਤਾ ਗਰਮੇਲ ਕੌਰ ਜੀ ਦਾ ਸੰਸਕਾਰ ਕੀਤਾ ਸੀ ਅੱਜ ਤੋਂ 3 ਦਿਨ ਪਹਿਲਾਂ। ਉਹ ਵੀ ਤੁਹਾਨੂੰ ਪਤਾ ਕਿੱਦਾਂ ਮਾਤਾ ਗਰਮੇਲ ਕੌਰ ਜੀ ਸਾਨੂੰ ਮਿਲੇ ਸੀ, ਕਿੰਨੇ ਚੰਗੇ ਵਧੀਆ ਪਰਿਵਾਰ ਤੋਂ ਸੀ, ਪਰ ਕੋਈ ਵੀ ਆਇਆ ਨਹੀਂ ਅਖੀਰ ਨੂੰ। ਤੇ ਬਸ ਸਾਡੀਆਂ ਜਿੰਨੀਆਂ ਕਿ ਡਿਊਟੀਆਂ ਪਰਮਾਤਮਾ ਬਖਸ਼ਦੇ ਨੇ, ਬਾਪੂ ਜੀ ਸਾਡੇ ਉਹਨਾਂ ਪਹਿਲੇ ਮੈਂਬਰਾਂ ਤੋਂ ਜਿਨ੍ਹਾਂ ਨੇ ਸਾਨੂੰ ਸੇਵਾ ਕਰਨੀ ਸਿਖਾਈ, ਜਿਨ੍ਹਾਂ ਨੇ ਸਾਨੂੰ ਸੇਵਾ ਦਾ ਰਾਹ ਦਿਖਾਇਆ। ਉਹ ਬਾਪੂ ਗਜਰਾਜ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸੀ ਬਾਪੂ ਗਜਰਾਜ ਸਿੰਘ। ਬਸ ਸਾਰੇ ਅਰਦਾਸ ਕਰਿਓ ਇਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ। ਸਿਰ ਢੱਕ ਲਓ ਵੀਰੇ ਸਾਰੇ। ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ। ਤੇ ਬੂਟੇ ਭਾਈ ਬੂਟ ਲਾ ਦਿਓ। ਫੇਸ ਦੇ ਬਾਬਾ ਨੇੜੇ ਨਾਲ ਲਿਜਾਈ, ਕਿਉਂਕਿ ਫਿਰ मात पिता हम बारक तेरे, तुमरी केरे पा मैं दुख गनेरे। कोई न जाने तुमरा अंत, ऊंचे से ऊंचा भगवंत। सगल समगरी तुमरे सूतर तारी, तुमसे होए वो आज्ञाकारी। तुमरी गत में से तुम ही जाने,
ਨਾਨਕ ਦਾਸ ਰਾਗ ਗੁਰਬਾਣੀ ਅਦਾਰੇ ਕੌਣ ਗਾਵੇ ਸੱਚੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਏਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। आर्जन हर गोबिंद नो सिमरो श्री हर आय सिर कृष्ण कहते सब दुख जाए तेज बहादुर सिंह जी का नो क्या बेताए। सब थाई हुए साज उसमें पातशाह श्री गुरु गोबिंद सिंह सब थाई हुए सहाय। दसां पातशाहियां दी जो सिर ग्रंथ है जी दे पाठ दे दादा ध्यान तरके बोलो जी आही गुरु। पंजा प्यारियां चो साहिबजादियां 40 मुक्तियां हटियां जपियां सतियां जिन्हां नाम जपिया ਵੰਡ ਛਕਿਆ ਦੇ ਚਲਾਏ ਤੇਗ ਵਾਰੀ ਦੇਖ ਕੇ ਆਨੰਦ ਕੀਤਾ ਤਿਨਾ ਪਿਆਰੇ ਹਥਿਆਰ ਕਮਾਏ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿੰਨਾ ਸਿੰਘਾਰ ਸਿੰਘਣੀਆਂ ਧਰਮ ਹੈ ਤੀਰ ਤੇ ਬਾਦਮਟਾ ਖੋਪਰੇ ਲਵਾਈਆਂ ਚਸ਼ਨ ਚੜਿਆ ਚੜਾਏ ਗਏ ਗੁਰਦਾਸ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰ ਸਿੱਖੀ ਕੇ ਸਵਾਸਾਂ ਨਾ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਚਿਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਤਾ ਤਰਛ ਰਹਿ ਦੇਖ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੀਰਤਨ ਰਹਿਦਾਂ ਵੇਦਾਂ ਵਿੱਚ ਸਹਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕ੍ਰਿਸ਼ਨਾ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਟਾ ਧਰਮ ਕਾਰਜਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਕਾਲ ਰੂਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸਿੰਘ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮਾਂ ਦੇ ਜਨਵੰਤ ਵਿੱਚ ਛੋੜਿਆ ਗਿਆ ਖੁੱਲੇ ਦਰਸ਼ਨ ਨਿਦਾਰ ਤੇ ਸੇਵਾ ਸਮਾਦਾਨ ਖਾਲਸਾ ਜੀ ਨੂੰ ਬਖਸ਼ੋ। ਹੈ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਨੇ ਓਠਿਆਂ ਤੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀਏ ਕੱਲੇ ਆਵੇ ਨਾਨਕਾ ਸੱਦੀ ਉੱਠੀ ਜਾਵੇ ਜਿਵੇਂ ਜਿਵੇਂ ਹੁਕਮ ਤੇਰਾ ਤਿਵੇਂ ਤਿਵੇਂ ਹੋਮ ਨਾ ਹਰ ਕਾ ਨਾਮ ਨਿਦੇ ਤੇ ਸਹਿ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਤੇਰਾ ਕੀਆ ਮੀਠਾ ਲਾਗੇ ਹਾਂ ਨਾਮ ਪਦਾਰਥ ਨਾਨਕ ਮੰਗੇ ਸੱਚੇ ਪਾਤਸ਼ਾਹ ਜੀਓ। ਜਿਹੜੀ ਪੂੰਜੀ ਗਜਰਾਜ ਸਿੰਘ ਬਾਬਾ ਜੀ ਨੂੰ ਆਪ ਨੇ ਦਿੱਤੀ ਉਹਨੇ ਆਯੂ ਭੋਗਦੇ ਹੋਏ ਆਪ ਦੇ ਚਰਨਾਂ ਜਾ ਬਿਰਾਜੇ ਨੇ ਪਰਸੋਂ ਸੱਚੇ ਪਾਤਸ਼ਾਹ ਜੀਓ। ਅੱਜ ਉਹਨਾਂ ਦੇ ਸੰਸਕਾਰ ਦਾ ਰਸਮ ਹੋਣੀ ਸੱਚੇ ਪਾਤਸ਼ਾਹ ਜੀਓ। ਆਵਾਗਮਨ ਚੱਕਰ ਦੂਰ ਕਰਨਾ ਮਨੁੱਖਤਾ ਪ੍ਰਵਾਨ ਭਾਣਾ ਬਣਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਗਜਰਾਜ ਬਾਬਾ ਜੀ ਨੂੰ ਆਵਾਗਮਨ ਚੱਕਰ ਦੂਰ ਰੱਖਣਾ ਸੱਚੇ ਪਾਤਸ਼ਾਹ ਜੀ ਅਰਦਾਸ ਹੈ। ਅਰਦਾਸ ਕਰਦੇ ਭੁੱਲਾ ਚੁੱਕਾ ਮਾਫੀਆਂ ਦੇਣੀਆਂ ਅੱਖਰ ਵਾਲਾ ਘਾਟਾ ਭੁੱਲ ਚੋ ਮਾਫ ਕਰਨੀ ਸਰਬੱਤ ਦੇ ਘਰ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਦੇ ਨਾਮ ਜਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दो तीन बंदे कमेंट ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਪਾਓ ਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਉਧਰ ਨੂੰ ਜਾਣਾ ਉਧਰ ਨੂੰ ਵਾਹਿਗੁਰੂ ਜੀ ਨਾਮ ਸਤਿਨਾਮ ਵਾਹਿਗੁਰੂ 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 ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ ਗੁਰੂ ਵਾਹਿਗੁਰੂ ਮੁੰਡੇ ਨੂੰ ਹੱਥ ਪਾ ਲਾ ਨਾਲ ਮਾੜਾ ਜਿਹਾ ਭਜਨ ਚੱਕ ਨਾਮ ਜੀ ਗੁਰੂ ਵਾਹਿਗੁਰੂ ਵਾਹਿਗੁਰੂ। ਹੌਲੀ ਹੌਲੀ ਚੱਲੋ ਵੀਰ ਜਮਾਂ ਹੀ ਹੌਲੀ ਬਾਪੂ ਆਉਂਦੇ ਨੇ ਪਿੱਛੇ ਆਈ ਚਲੋ ਸਾਰੇ ਜਾਣੇ ਆਈ ਚਲੋ। ਤੇ ਇਸ ਤਰ੍ਹਾਂ
ਸਾਡੇ ਸੁਪਨਿਆਂ ਦੇ ਘਰ ਚੋਂ ਅੱਜ ਸਾਡੇ ਬਾਪੂ ਗੁਜਰਾਜ ਸਿੰਘ ਜੀ ਦੀ ਆਖਰੀ ਸਫ਼ਰ ਵੱਲ ਨੂੰ ਉਡਾਰੀ ਆ। ਤੇ ਇਸੇ ਤਰ੍ਹਾਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਗਮੀਆਂ ਇੱਕ ਜ਼ਿੰਦਗੀ ਦਾ ਹਿੱਸਾ ਬਣ ਕੇ ਸਾਡੇ ਨਾਲ ਹੀ ਸਫ਼ਰ ਤੈਅ ਕਰਦੀਆਂ। ਅੱਜ ਬਾਪੂ ਗੁਜਰਾਜ ਸਿੰਘ ਜੀ ਦਾ ਸਾਨੂੰ ਛੱਡ ਕੇ ਜਾਣਾ ਦੁਖਦਾਈ ਤਾਂ ਹੈ, ਪਰ ਇੱਕ ਗੱਲ ਦਾ ਇਹ ਵੀ ਸਕੂਨ ਆ ਸੱਚੇ ਪਾਤਸ਼ਾਹ ਨੇ ਜਿਹੜੀ ਸਾਨੂੰ ਡਿਊਟੀ ਬਖਸ਼ੀ ਹੋਈ ਆ, ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾ ਸਕੇ। ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਉਹਨਾਂ ਦਾ ਦਰਸਾਇਆ ਹੋਇਆ ਰਸਤਾ, ਉਹਦੇ ਚੱਲਣ ਦਾ ਯਤਨ ਜੋ ਪ੍ਰਮਾਤਮਾ ਨੇ ਸਾਨੂੰ ਹਿੰਮਤ ਬਖਸ਼ੀ ਅਸੀਂ ਕਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਅੱਜ ਵੀ ਬਾਪੂ ਗੁਜਰਾਜ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਜ਼ਰੂਰ ਸਾਰੇ ਅਰਦਾਸ ਕਰਿਓ। ਤੇ ਦੁੱਖ ਇਸ ਗੱਲ ਦਾ ਅੱਜ ਬੜੇ ਪਰਿਵਾਰਾਂ ਦੇ ਵਿੱਚ ਬੱਚੇ ਆਪਣੇ ਮਾਂ-ਬਾਪ ਨਾਲ ਅਖੀਰ ਇਸੇ ਤਰ੍ਹਾਂ ਕਰਦੇ ਨੇ ਜਿੱਦਾਂ ਬਾਪੂ ਗੁਜਰਾਜ ਸਿੰਘ ਜੀ ਦੇ ਨਾਲ ਹੋਈ। ਬਾਪੂ ਜੀ ਦੱਸਦੇ ਸੀਗੇ ਵੀ ਅਸੀਂ ਬੜੇ ਬੈਕਵਰਡ ਏਰੀਏ ਦੇ ਵਿੱਚ ਰਹਿੰਦੇ ਸੀ, ਉੱਥੇ ਕਬੀਲੇ ਸੀ, ਜਿਵੇਂ ਉੱਦਾਂ ਇੱਕ ਸਾਡਾ ਇੱਕ ਪਿੰਡ ਸੀ ਕਬੀਲੇ ਦੇ ਰੂਪ 'ਚ, ਪਰ ਮੈਂ ਉੱਥੋਂ ਬਾਹਰ ਨਿਕਲ ਕੇ ਬੜੀ ਮੁਸ਼ਕਲ ਨਾਲ ਮੇਰੇ ਬਾਪੂ ਨੇ ਸਾਨੂੰ ਪੜ੍ਹਾਇਆ। ਅਸੀਂ ਰਾਤ ਨੂੰ ਸਾਡੇ ਪਿੰਡ ਦੇ ਵਿੱਚ ਲਾਈਟ ਨਹੀਂ ਸੀ, ਬਲਬ ਨਹੀਂ ਸੀ ਹੁੰਦਾ, ਪੱਖਾ ਨਹੀਂ ਸੀ ਹੁੰਦਾ, ਲਾਲਟਨ ਲਾ ਕੇ ਅਸੀਂ ਪੜ੍ਹਦੇ ਹੁੰਦੇ। ਕਈ ਵਾਰੀ ਸੁਣਦੇ ਆ ਜਦੋਂ ਕਹਿੰਦੇ ਛੋਟੇ ਹੁੰਦੇ ਸੀਗੇ ਪੜ੍ਹਦੇ, ਗਾਂਧੀ ਜੀ ਨੇ ਕਹਿੰਦੇ ਵੀ ਲਾਲਟਨ ਲਾ ਕੇ ਪੜ੍ਹਨਾ, ਜਾਂ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਟੋਰੀਆਂ ਸੁਣਦੇ ਹੁੰਦੇ ਸੀਗੇ, ਪੜ੍ਹਦੇ ਹੁੰਦੇ ਸੀ। ਇਬਰਾਹਿਮ ਲਿੰਕਨ ਦੀ ਗੱਲ ਕਰੀਏ ਜਾਂ, ਪਰ ਅੱਜ ਬਾਪੂ ਗੁਜਰਾਜ ਸਿੰਘ ਜੀ ਦੀ ਜਦੋਂ ਮੈਂ ਗੱਲ ਸੁਣਨੀ ਆ ਤਾਂ ਕਈ ਵਾਰੀ ਐਂ ਲੱਗਣਾ ਵੀ ਜਿਵੇਂ ਕਿਸੇ ਹੋਰ ਤਾਂ ਗ੍ਰਹਿ ਦੀ ਗੱਲ ਕਰਦੇ ਹੋਈਏ, ਸਾਡੇ ਭਾਰਤ ਦੀ ਗੱਲ ਨਹੀਂ ਹੋਊਗੀ। ਅੱਜ ਅਸੀਂ 21ਵੀਂ ਸਦੀ 'ਚ ਤਰੱਕੀ 'ਚ ਆ। ਬਾਪੂ ਜੀ ਨੇ ਬੜੀਆਂ ਮੁਸ਼ਕਿਲ ਦੇ ਦੌਰ 'ਚੋਂ ਨਿਕਲ ਕੇ, ਬਾਪੂ ਕਹਿੰਦਾ ਮੈਂ ਗ੍ਰੈਜੂਏਸ਼ਨ ਕੀਤੀ, ਪੜ੍ਹਿਆ, ਬਿਹਾਰ ਗਿਆ ਜ਼ਿਲ੍ਹਾ, ਉੱਥੇ ਕਹਿੰਦਾ ਮੈਂ ਪੜ੍ਹਨ ਲੱਗ ਗਿਆ। ਜਦੋਂ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪਤਾ ਨਹੀਂ ਬਾਪੂ ਜੀ ਦੱਸਦੇ ਸੀ ਹੁਣ MSc ਕੀਤੀ ਸੀ, ਸ਼ਾਇਦ ਕੋਈ ਹੋਰ ਕੋਰਸ ਕੀਤਾ ਸੀ ਬਾਪੂ ਜੀ ਨੇ। ਫਿਰ ਉਸ ਤੋਂ ਬਾਅਦ ਮੈਂ ਟੈਕਨੀਕਲੀ ਕਹਿੰਦਾ ਮੈਂ ਪੰਜਾਬ 'ਚ ਆਇਆ ਤਾਂ ਮੈਨੂੰ ਜਿਹੜੇ ਫੀਲਡ ਦਾ ਕੰਮ ਮਿਲਿਆ ਮੈਂ ਉਹਦੇ ਵਿੱਚ ਲੱਗ ਗਿਆ, ਫੈਕਟਰੀ ਨੂੰ ਪੂਰੀ ਨੂੰ ਸੰਭਾਲਦਾ ਸੀ ਬਾਪੂ ਕਹਿੰਦਾ ਮੈਂ। ਉਸ ਟਾਈਮ ਬਾਪੂ ਜੀ ਦੀ ਤਨਖਾਹ ਸੀ ਜਿਹੜੀ ਬੜੀ ਵਧੀਆ ਤਨਖਾਹ ਸੀ, ਤੇ ਬਾਪੂ ਕਹਿੰਦਾ ਮੈਂ ਆਪਣੇ ਬੇਟੀਆਂ ਨੂੰ ਪੜ੍ਹਾਇਆ, ਚੰਗੀ ਸਿੱਖਿਆ ਦਿੱਤੀ। ਮੈਂ ਜਦ ਵੀ ਪਿੰਡ ਜਾਣਾ, ਸਾਲ ਦੇ ਵਿੱਚ 2 ਵਾਰ ਮੈਂ ਪਿੰਡ ਜਾਂਦਾ, ਤੇ ਮੈਂ ਆਪਣੀਆਂ ਬੱਚੀਆਂ ਨੂੰ ਵੱਡੀਆਂ ਹੁੰਦਿਆਂ ਦੇਖਦਾ, ਉਹਨਾਂ ਦੀ ਪੜ੍ਹਾਈ ਕਰਦਿਆਂ ਜੀਵਨ ਨੂੰ ਚੰਗਾ ਹੁੰਦਾ ਦੇਖਿਆ, ਘਰ ਬਣਾਇਆ। ਫਿਰ ਬੇਟੀਆਂ ਦੇ ਵਿਆਹ ਹੋਏ, ਉਹਨਾਂ ਦੇ ਵਿਆਹ ਕੀਤੇ। ਬੱਚੀਆਂ ਦੇ ਵਿਆਹ ਤੋਂ ਬਾਅਦ ਮੈਨੂੰ ਏਦਾਂ ਲੱਗਿਆ, ਬਾਪੂ ਕਹਿੰਦਾ ਵੀ ਮੈਂ ਹੁਣ ਸੌਖਾ ਹੋ ਗਿਆ, ਮੈਂ ਆਪਣੀ ਜ਼ਿੰਮੇਵਾਰੀ ਹੈ ਜਿਹੜੀ, ਆਪਣੀ ਕਬੀਲਦਾਰੀ ਹੈ ਜਿਹੜੀ, ਉਹ ਪੂਰੀ ਕਰ ਲਈ ਆ। ਤਾਂ ਇੱਕ ਦਿਨ ਅਚਾਨਕ ਬਾਪੂ ਕੰਮ ਕਰਦਾ ਫੈਕਟਰੀ ਦੇ ਵਿੱਚ ਹੀ ਕਹਿੰਦਾ ਮੈਂ ਬੈਠਾ ਸੀਗਾ, ਕੋਈ ਪੜ੍ਹਾਈ ਲਿਖਾਈ ਦਾ ਕੁਝ ਕੰਮ ਕਰ ਰਿਹਾ ਸੀ, ਤੇ ਮੇਰਾ ਖੱਬੇ ਪਾਸੇ ਦਾ ਹੱਥ ਤੇ ਪੈਰ ਇੱਕਦਮ ਅੰਦਰ ਨੂੰ ਮੁੜਨ ਲੱਗ ਗਏ ਤੇ ਮੂੰਹ ਵਿੰਗਾ ਹੋ ਗਿਆ। ਕਹਿੰਦਾ ਮੈਨੂੰ ਫਟਾਫਟ ਚੱਕ ਕੇ ਫੈਕਟਰੀ ਦੇ ਮਾਲਕ ਜਾਂ ਉਹਦੇ EMPLOYEES ਨਾਲ ਦੇ ਹਸਪੀਟਲ ਲੈ ਗਏ। ਹਸਪੀਟਲ ਜਾ ਕੇ ਪਤਾ ਲੱਗਿਆ, ਕਈ ਦਿਨਾਂ ਬਾਅਦ ਮੈਨੂੰ ਹੋਸ਼ ਆਈ ਤਾਂ ਮੇਰੀ ਇੱਕ ਬਾਂਹ ਤੇ ਇੱਕ ਲੱਤ ਨਹੀਂ ਸੀ ਚੱਲਦੀ, ਤਾਂ ਮੇਰੇ ਕੋਲੇ ਵੀ ਕੋਈ ਨਹੀਂ ਸੀਗਾ। ਫਿਰ ਫੈਕਟਰੀ ਦਾ ਇੱਕ ਮੁਲਾਜ਼ਮ ਉਹਨਾਂ ਨੇ ਬੁਲਾਇਆ, ਉਹਦੇ ਨਾਲ ਮੈਂ ਗੱਲ ਕੀਤੀ, ਘਰੇ ਸੰਪਰਕ ਕੀਤਾ।
ਉਸ ਤੋਂ ਪਹਿਲਾਂ ਘਰੇ ਪਤਾ ਲੱਗ ਚੁੱਕਿਆ ਸੀ, ਨਾਲਦਿਆਂ ਨੇ ਫੋਨ ਵਗੈਰਾ ਜਾਂ ਕੋਈ ਸੁਨੇਹਾ ਲਾਤਾ ਸੀਗਾ ਕਿਸੇ ਤਰੀਕੇ। ਤਾਂ ਘਰਦਿਆਂ ਨੂੰ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਮੈਨੂੰ ਤੁਸੀਂ ਆ ਜਾਓ ਇੱਥੇ ਮੇਰੇ ਕੋਲੇ ਜਾਂ ਮੈਨੂੰ ਲੈ ਜਾਓ, ਅੱਜ ਆਉਣੇ ਆ, ਕੱਲ ਆਉਣੇ ਆ। ਇਸੇ ਤਰ੍ਹਾਂ ਕਹਿੰਦਾ ਮੈਂ ਹਸਪੀਟਲ ਤੋਂ ਛੁੱਟੀ ਹੋ ਕੇ ਉਸੇ ਕੁਆਟਰ ਦੇ ਵਿੱਚ ਚਲਿਆ ਗਿਆ ਜਿੱਥੇ ਮੈਂ ਰਹਿੰਦਾ ਸੀ, ਰੂਮ ਦੇ ਵਿੱਚ ਚਲਿਆ ਗਿਆ ਆਪਣੇ 'ਚ। 2 ਮਹੀਨੇ 4 ਮਹੀਨੇ ਇਸੇ ਤਰ੍ਹਾਂ ਨਿਕਲਦੇ ਗਏ। ਤਾਂ ਨਾਲ ਦੇ ਵੀ ਤੰਗ ਆਉਣ ਲੱਗ ਗਏ, ਨਾਲ ਦੇ ਵੀ ਪਰੇਸ਼ਾਨ ਹੋਣ ਲੱਗ ਗਏ। ਤਾਂ ਫਿਰ ਮੈਂ ਪਿੰਡ ਨੂੰ ਜਾਣ ਦੀ ਸੋਚੀ ਤੇ ਮੈਨੂੰ ਟ੍ਰੇਨ ਦੇ ਵਿੱਚ ਮੇਰੇ ਨਾਲਦਿਆਂ ਨੇ ਬਿਠਾਤਾ, ਟਿਕਟ ਕਰਾਤੀ ਮੇਰੀ। ਬੇਵਾਹ ਸੀ, ਚੱਲ ਤਾਂ ਹੁੰਦਾ ਨਹੀਂ ਸੀ ਮੇਰੇ ਤੋਂ। 2 ਅਟੈਕ ਆਏ ਬਾਪੂ ਜੀ ਨੂੰ ਅਧਰੰਗ ਦੇ। ਤਾਂ ਉੱਥੇ ਜਾ ਕੇ ਜਦੋਂ ਕਹਿੰਦਾ ਮੈਂ ਉਤਰਿਆ, ਬਾਪੂ ਕਹਿੰਦਾ ਮੈਂ ਸਟੇਸ਼ਨ ਤੇ ਮੈਨੂੰ ਲੋਕ ਉੱਥੇ ਪਹਿਲਾਂ ਹੀ ਮੈਂ ਰਸਤੇ 'ਚ ਹੀ ਕਹਿੰਦਾ ਕੁਝ ਬੰਦਿਆਂ ਨਾਲ ਸਾਂਝ ਪਾ ਲਈ ਸੀ, ਦੋਸਤ ਬਣਾ ਲਏ ਸੀ 1-2 ਟ੍ਰੇਨ 'ਚ ਬੈਠੇ ਨਹੀਂ। ਤਾਂ ਉਹਨਾਂ ਨੇ ਮੈਨੂੰ ਉਤਾਰਤਾ ਉੱਥੇ ਟ੍ਰੇਨ ਤੋਂ ਉਤਰ ਕੇ ਕਹਿੰਦਾ ਮੈਂ ਜਦੋਂ ਕਿਸੇ ਵਹੀਕਲ ਦੇ ਰਾਹੀਂ ਮੈਂ ਆਪਣੇ ਪਿੰਡ ਵੱਲ ਨੂੰ ਗਿਆ ਤਾਂ ਮੇਰੇ ਮਨ 'ਚ ਸੀ ਵੀ ਚਲੋ ਹੁਣ ਟਿਕਾਣੇ ਪਹੁੰਚ ਗਏ ਆ, ਆਪਦੇ ਗ੍ਰਾਮ ਪਹੁੰਚ ਗਏ ਆ, ਆਪਦੇ ਬੱਚਿਆਂ 'ਚ ਪਹੁੰਚ ਗਏ ਆ, ਵੀ ਹੁਣ ਮੇਰੀ ਜਿਹੜੀ ਦੁਰਦਸ਼ਾ ਪਿਛਲੇ 5-6 ਮਹੀਨਿਆਂ 'ਚ ਹੋਈ ਆ, ਨਾ ਨਹਾਉਣ ਨੂੰ, ਨਾ ਧੋਣ ਨੂੰ, ਨਾ ਕੱਪੜੇ ਪਾਉਣ ਨੂੰ। ਚੱਕੋ ਵੀਰੇ ਜੀ। ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਜੀ, ਸਤਨਾਮ ਸਤਨਾਮ ਜੀ। ਪਰ ਕਹਿੰਦਾ ਜਦੋਂ ਘਰੇ ਪਹੁੰਚਿਆ ਬਾਪੂ ਕਹਿੰਦਾ ਮੈਂ ਤਾਂ ਮੇਰੇ ਨਾ ਉਹ ਬੱਚੇ ਰਹੇ ਜਿਨ੍ਹਾਂ ਨੂੰ ਮੈਂ ਮਿਲਣ ਆਉਂਦਾ ਸੀ, ਨਾ ਮੇਰੀ ਉਹ ਵਾਈਫ ਦੀ ਸੋਚ ਉਸ ਤਰ੍ਹਾਂ ਦੀ ਰਹੀ। ਥੋੜੇ ਦਿਨਾਂ ਬਾਅਦ ਉਹਨਾਂ ਨੇ ਵੀ ਕਹਿੰਦਾ ਮੇਰੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਨਾ ਸ਼ੁਰੂ ਕਰਤਾ। ਮੇਰੇ ਜਵਾਈ ਨੇ, ਮੇਰੀ ਬੇਟੀ ਨੇ, ਮੇਰੀ ਵਾਈਫ ਨੇ, ਵੀ ਜਿੱਦਾਂ ਮੈਂ ਬੋਝ ਬਣ ਗਿਆ ਹੋਵਾਂ। ਕੁਛ ਕਹਿੰਦਾ ਮੈਨੂੰ ਵੀ ਕਹਿ ਸਕਦਾ ਵੀ ਉਸ ਟਾਈਮ ਮੈਨੂੰ ਗੁੱਸਾ ਆ ਰਿਹਾ ਸੀ, ਹੰਕਾਰ ਸੀ ਵੀ ਮੈਂ ਇੰਨਾ ਪੈਸਾ ਕਮਾ ਇਹਨਾਂ ਨੂੰ ਭੇਜਿਆ, ਘਰ ਬਣਾ ਕੇ ਦਿੱਤਾ, ਇਹਨਾਂ ਨੂੰ ਪੜ੍ਹਾਇਆ, ਇਹਨਾਂ ਨੂੰ ਵਿਆਹਿਆ, ਮੈਂ ਆਪਣੇ ਘਰੇ 2 ਜਵਾਈਆਂ ਨੂੰ ਰੱਖਿਆ ਵੀ ਚੱਲ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ। ਪਰ ਕਹਿੰਦਾ ਜਦੋਂ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਤੇ ਮੈਨੂੰ ਬੜੀ ਨਾਰਾਜ਼ਗੀ ਹੋਣੀ, ਗੁੱਸਾ ਆਉਣਾ, ਮੈਨੂੰ ਨਮਾਉਣਾ ਨਾ ਕਈ ਦਿਨ, ਰੋਟੀ ਵੀ ਚੰਗੀ ਤਰ੍ਹਾਂ ਨਾ ਮਿਲਣੀ, ਨਾ ਕਮਰੇ 'ਚ ਪਾ ਕੇ ਛੱਡ ਦਿੱਤਾ ਮੈਨੂੰ। ਤਾਂ ਮੈਂ ਵੀ ਕਹਿੰਦਾ ਗੁੱਸੇ ਨਾਲ ਭਰਿਆ ਪੀਤਾ ਉਹਨਾਂ ਨਾਲ ਲੜਦਾ ਰਹਿੰਦਾ, ਬੋਲਦਾ ਰਹਿੰਦਾ। ਤਾਂ ਇੱਕ ਦਿਨ ਅਖੀਰ ਮੇਰੇ ਉੱਪਰ ਹੱਥ ਚੱਕਿਆ ਗਿਆ ਘਰ ਦੇ ਵਿੱਚ ਹੀ। ਮੇਰੇ ਜਵਾਈ ਤੇ ਮੇਰੀ ਬੇਟੀ ਨੇ ਮੈਨੂੰ ਮਾਰਿਆ, ਕੁੱਟਿਆ। ਤਾਂ ਮੈਂ ਭਰਿਆ ਪੀਤਾ ਉੱਥੋਂ ਫੇਰ ਆਪਣੇ ਕੁਝ ਬੰਦਿਆਂ ਨੂੰ ਕਹਿ ਕੇ ਮਹੱਲੇ ਜਾਂ ਪਿੰਡ ਦੇ ਦੁਬਾਰਾ ਟ੍ਰੇਨ ਚੜਿਆ, ਪੰਜਾਬ ਨੂੰ ਆ ਗਿਆ ਵੀ ਚਲੋ ਇਹ ਕੁਛ ਘੱਟੋ ਘੱਟ ਮੈਨੂੰ ਉੱਥੇ ਅਜਲਾਲ ਤਾਂ ਨਹੀਂ ਸਹਿਣੀ ਪਊਗੀ। ਇੱਥੇ ਆ ਕੇ ਫਿਰ ਜਿਵੇਂ ਤੁਸੀਂ ਸੁਣਿਆ ਪਹਿਲਾਂ ਵੀ ਬਾਪੂ ਜੀ ਨੇ ਕਿੱਦਾਂ ਉਹਨਾਂ ਹੱਥਾਂ ਤੋਂ ਭੀਖ ਲਈ ਜਿਹੜੇ ਹੱਥ ਕਿਸੇ ਟਾਈਮ ਉਹਦੇ ਵੱਲ ਨੂੰ ਜੁੜ ਕੇ ਨਮਸਤੇ ਦੇ ਰੂਪ 'ਚ ਹੁੰਦੇ ਸੀ, ਸਤਿ ਸ੍ਰੀ ਅਕਾਲ ਦੇ ਰੂਪ 'ਚ ਹੁੰਦੇ ਸੀ। ਉਹਨਾਂ ਦੇ ਜੂਨੀਅਰ ਨੇ ਉਹਨਾਂ ਨੂੰ 10-10 ਰੁਪਏ 5-5 ਰੁਪਏ ਭੀਖ ਦੇ ਰੂਪ 'ਚ ਦੇਣੇ। ਤੇ ਬਾਪੂ ਕਹਿੰਦਾ ਮੈਨੂੰ ਬੜੀ ਸ਼ਰਮ ਆਉਣੀ ਵੀ ਜਦੋਂ ਮੈਂ ਆਪਣੇ ਜੂਨੀਅਰਸ ਤੋਂ 5 ਰੁਪਏ 10 ਰੁਪਏ ਲੈਣੇ ਜਾਂ ਰੋਟੀ ਵਾਸਤੇ ਉਹਨਾਂ ਨੇ ਮੈਨੂੰ ਕਹਿਣਾ। ਤਾਂ ਮੰਦਿਰ ਦੇ ਬਾਹਰ ਬੈਠਾ ਮੈਂ ਇੱਕ ਭਿਖਾਰੀ ਬਣ ਗਿਆ, ਜਿਹੜਾ ਕਿਸੇ ਟਾਈਮ ਇੱਕ ਇੰਜੀਨੀਅਰ ਸੀ, ਜਿਹੜਾ ਮੈਂ ਕਿਸੇ ਟਾਈਮ ਇੱਕ ਫੈਕਟਰੀ ਦੇ ਮਾਲਕ ਦੇ ਬਰਾਬਰ ਸੀ ਵੀ ਉਹ ਸਾਰੀ ਫੈਕਟਰੀ ਮੇਰੇ ਹੱਥਾਂ ਨਾਲ ਚੱਲਦੀ ਸੀ ਤੇ ਮੈਂ ਉਹਦੇ ਕੁਝ ਬਟਨ ਦੱਬਦਾ ਤਾਂ ਉਹ ਮਸ਼ੀਨਰੀ ਸਾਰੀ ਸਟਾਰਟ ਹੁੰਦੀ। ਤੇ ਜਦ ਮੇਰੀ ਮਸ਼ੀਨਰੀ ਸਰੀਰ ਦੀ ਖਰਾਬ ਹੋਈ ਤਾਂ ਫਿਰ ਮੇਰੀ ਜ਼ਿੰਦਗੀ
ਨਰਕ ਵਰਗੇ ਹਾਲਾਤਾਂ ਦੇ ਵਿੱਚ ਗੁਜ਼ਰਨੀ ਸ਼ੁਰੂ ਹੋਈ। ਅੱਜ ਬਾਪੂ ਜੀ ਅੰਤਮ ਸਫ਼ਰ 'ਚ ਇੱਥੇ ਸਾਡੇ ਕੋਲੇ ਪਹੁੰਚੇ ਨੇ। ਸਾਡੇ ਨਾਲ ਸਾਡੇ ਪਿੰਡ ਹਸਨਪੁਰ ਸੁਪਨਿਆਂ ਦੇ ਘਰ 'ਚੋਂ ਅਰਦਾਸ ਕਰਿਓ ਵੀ ਅਗਲਾ ਸਫ਼ਰ ਵੀ ਬਾਪੂ ਦਾ ਚੰਗਾ ਹੋਵੇ। ਬਸ ਆਪੇ ਹੀ ਕਰੋ ਅਰਦਾਸ ਜੀ। ਸਿਰ ਢੱਕ ਲਓ ਵੀਰੇ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕੀ ਤਾਪ ਨਿਵਾਰਨ ਹਾਰਾ ਦੁਖਨ ਤਾਂ ਗੁਰਾਰ ਤਾਂ ਕੋ ਬਿਗਨ ਨਾ ਕੋ ਲਾਗੇ ਜਾ ਤ੍ਰਿਕਾ ਵਾਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੁੱਕ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਬਰੰਗਤ ਗੁਰ ਤੇ ਅਮਰਦਾਸ ਰਾਮਦਾਸ ਵਿਸਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਦਿੱਤਾ ਸਭ ਜਾਇ ਤੇ ਬਾਦ ਦਰਸ਼ਨ ਰਹਿ ਕਰਨੋਂ ਦਾਵਤ ਆਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਭਾਈ ਸਹਾਇ ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ। ਸ੍ਰੀ ਵਾਹਿਗੁਰੂ। ਆਪ ਜੀ ਦੇ ਵਜੂਦ ਪੰਜ ਪਿਆਰੇ ਚਾਰ ਸਾਹਿਬਜ਼ਾਦੇ